नेक्स्ट इज इंसुलेटर्स। इंसुलेटर्स की डेफिनेशन देख लेंगे पहला। मटीरियल्स विच डू नॉट अलाउ द इलैक्ट्रिकल कंडक्टिविटी आर कॉल्ड द इंसुलेटर्स। वो मटीरियल्स जिन्हां दे विच वो अलाउ नहीं करते इलैक्ट्रिकल कंडक्टिविटी नूं, दोज आर द इंसुलेटर्स। जिद्दां ड्राई वुड हो गया जां तुहाडे कोल रबर हो गई, ये की करनगे, ये रेजिस्ट करते हैं कंडक्टिविटी नूं, विच डू नॉट अलाउ द इलैक्ट्रिकल कंडक्टिविटी। कंडक्टर्स, द मटीरियल्स विच अलाउ द इलैक्ट्रिकल कंडक्टिविटी आर नोन एज द कंडक्टर्स। जिहड़े अपने विचों इलैक्ट्रिकल कंडक्टिविटी नूं पास होण देण, दोज आर नोन एज द कंडक्टर्स। जिद्दां तुहाडे कोल कॉपर है या सिल्वर है। डायग्राम नूं बाद दे विच समझदे हां। पहला आपां सैमीकंडक्टर्स एक डेफिनेशन है वो पढ़ लीए। द मटीरियल विच हैज़ इलैक्ट्रिकल कंडक्टिविटी बिटवीन ए कंडक्टर एंड इंसुलेटर। वो मटीरियल जिहदे विच जिहड़ी कंडक्टिविटी है वो लाई करदी है कंडक्टर और इंसुलेटर दे विचकार। द मूवमेंट ऑफ फ्री इलैक्ट्रॉन्स एंड होल्स charge carriers allows a current conduction in semiconductor. Moreover, impurities may be added, मतलब doping करते हैं, increase the number of charge carriers and increases the conductivity. Actually जो conductivity दी property है semiconductors ਦੇ ਵਿੱਚ, that lies in between conductor और insulator। ਹੁਣ ਇਹਦੇ ਵਿੱਚ ਅਸੀਂ ਕੀ ਕਰਦੇ हैं, free electrons है ਜਾਂ holes है charge carriers, ਅਸੀਂ ਜਾਂ ਇਹਦੇ ਵਿੱਚ doping ਕਰ ਦਿੰਦੇ हैं। ਡੋਪਿੰਗ ਮਤਲਬ ਅਸੀਂ ਕੋਈ ਏਜੰਟ ਨੂੰ, ਡੋਪਿੰਗ ਏਜੰਟ ਨੂੰ ਐਡ ਕਰ ਦਿੰਦੇ ਆ, ਜਿਹਦੇ ਕਾਰਨ ਇਹਦੇ ਵਿੱਚ ਚਾਰਜ ਕੈਰਿੰਗ ਦੀ ਜਾਂ ਕੰਡਕਟਿਵਿਟੀ ਦੀ ਜਿਹੜੀ ਪ੍ਰੋਪਰਟੀ ਹੁੰਦੀ ਆ ਉਹ ਇਨਕਰੀਜ਼ ਕਰ ਜਾਂਦੀ ਹੈ। ਸੋ ਇਹਦੀ ਜੋ ਐਗਜ਼ਾਮਪਲ ਹੋਏਗੀ ਦੈਟ ਇਜ਼ ਜਿੱਦਾਂ ਸਿਲੀਕਨ ਹੈ, ਜਰਮੇਨੀਅਮ ਹੈ, ਠੀਕ ਹੈ, ਥੀਸ ਆਰ ਦਾ ਸੈਮੀਕੰਡਕਟਰਸ। ਹੁਣ ਇੱਕ ਗ੍ਰਾਫ ਦੀ ਹੈਲਪ ਨਾਲ ਸਮਝਦੇ ਆ। ਇਹ ਦੋ ਤਰ੍ਹਾਂ ਦੇ ਬੈਂਡਸ ਹੁੰਦੇ ਆ। ਵਨ ਇਜ਼ ਯੋਰ ਵੈਲੈਂਸ ਬੈਂਡ, ਇਲੈਕਟ੍ਰॉन्स ਲਾਈ ਕਰ ਰਹੇ ਇੱਥੇ, ਦਿਸ ਇਜ਼ ਦਾ ਕੰਡਕਸ਼ਨ ਬੈਂਡ, ਕੰਡਕਟਿਵਿਟੀ ਦੀ ਪ੍ਰੋਪਰਟੀ ਵਾਸਤੇ ਹੈਲਪਫੁਲ ਹੈ। ਹੁਣ इंसुलेटर्स ਦੇ ਵਿੱਚ ਕੀ ਹੈ, ਜਿਹੜਾ ਗੈਪ ਹੈ ਵੈਲੈਂਸ ਬੈਂਡ ਔਰ ਕੰਡਕਸ਼ਨ ਬੈਂਡ ਦੇ ਵਿੱਚ, ਉਹ ਬਹੁਤ ਜ਼ਿਆਦਾ ਗੈਪ ਹੈ। ਬੈਂਡ ਗੈਪ ਇਜ਼ ਵੈਰੀ ਲਾਰਜ। ਇਹਦੇ ਕਾਰਨ ਕੀ ਹੋਏਗਾ, ਜਿਹੜੇ ਇੰਸੂਲੇਟਰਸ ਹੋਣਗੇ ਉਹਨਾਂ ਦੇ ਵਿੱਚ ਇਲੈਕਟ੍ਰੀਕਲ ਕੰਡਕਟਿਵਿਟੀ ਨਹੀਂ ਹੋਏਗੀ, ਇਹ ਅਲਾਉ ਨਹੀਂ ਕਰਨਗੇ ਇਲੈਕਟ੍ਰੀਕਲ ਕੰਡਕਟਿਵਿਟੀ ਨੂੰ। ਕੰਡਕਟਰਸ ਦੇ ਵਿੱਚ ਕੀ ਹੈ, ਵੈਲੈਂਸ ਬੈਂਡ ਔਰ ਕੰਡਕਸ਼ਨ ਬੈਂਡ ਓਵਰਲੈਪਡ ਹੈ। ਸੋ ਇਹਨਾਂ ਦੇ ਵਿੱਚ ਕੀ ਹੋਏਗੀ, ਕੰਡਕਟਿਵਿਟੀ ਦੀ ਪ੍ਰੋਪਰਟੀ ਮੈਕਸਿਮਮ ਹੋਏਗੀ, ਦੇ it allows the electrical conductivity। ਅੱਗੇ ਹੈ ਸੈਮੀਕੰਡਕਟਰਸ ਦੇ ਵਿੱਚ ਵੈਲੈਂਸ ਬੈਂਡ ਔਰ ਕੰਡਕਸ਼ਨ ਬੈਂਡ ਦੇ ਵਿੱਚ ਜੋ ਗੈਪ ਹੈ, that lies in between insulators and conductors। ਕੰਡਕਟਰਸ ਦੇ ਵਿੱਚ ਬੈਂਡ ਗੈਪ ਬਿਲਕੁਲ ਨਹੀਂ ਹੈਗਾ। ਇੰਸੂਲੇਟਰਸ ਦੇ ਵਿੱਚ ਬੈਂਡ ਗੈਪ ਦੀ ਜੋ ਬੈਂਡ ਗੈਪ ਜਿਹੜਾ ਹੈਗਾ ਬਹੁਤ ਜ਼ਿਆਦਾ ਹੈਗਾ, ਪਰ ਸੈਮੀਕੰਡਕਟਰਸ ਦੇ ਵਿੱਚ ਘੱਟ ਹੈ। ਸੋ ਇਹਦੇ ਵਿੱਚ ਕੀ ਹੈ, ਇਹਦੀ ਜਿਹੜੀ ਕੰਡਕਟਿਵਿਟੀ ਦੀ ਪ੍ਰੋਪਰਟੀ ਹੈ ਉਹ ਇੰਸੂਲੇਟਰਸ ਔਰ ਕੰਡਕਟਰਸ ਦੇ ਵਿਚਕਾਰ ਹੈ, ਲਾਈ ਕਰਦੀ ਹੈ। ਅਸੀਂ ਇਹਨੂੰ ਹੋਰ ਇਨਕਰੀਜ਼ ਕਰ ਦਿੰਦੇ ਹਾਂ ਜਦੋਂ ਅਸੀਂ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਡੋਪਿੰਗ ਕਰ ਦਈਏ, ਜਾਂ ਇਹਦੇ ਵਿੱਚ ਚਾਰਜ ਕੈਰੀਅਰਸ ਹੁੰਦੇ ਆ ਜਾਂ ਫ੍ਰੀ ਇਲੈਕਟ੍ਰॉन्स ਹੁੰਦੇ ਆ, ਉਹਨਾਂ ਦੇ ਕਾਰਨ ਅਸੀਂ ਕੰਡਕਟਿਵਿਟੀ ਇਹਦੇ ਵਿੱਚ ਇਨਕਰੀਜ਼ ਕਰ ਸਕਦੇ ਹਾਂ। ਸੈਮੀਕੰਡਕਟਰਸ ਆਪਣੇ ਯੂਜ਼ ਹੁੰਦੇ ਆ ਮੈਕਸਿਮਮ, ਜਿੱਦਾਂ ਤੁਹਾਡੇ ਸੋਲਰ ਸੈਲਸ ਹੋ ਗਏ, ਤੁਹਾਡੇ ਆਈਸੀਜ਼ ਹੋ ਗਏ ਇਲੈਕਟ੍ਰੋਨਿਕਸ ਦੇ ਵਿੱਚ, ਇੱਥੋਂ ਤੁਹਾਡੇ ਮੈਕਸਿਮਮ ਸੈਮੀਕੰਡਕਟਰਸ ਹੀ ਯੂਜ਼ ਹੁੰਦੇ ਆ। टाइप्स ऑफ सेमीकंडक्टर्स देख लीजिए। वन इज द इंट्रिंसिक सेमीकंडक्टर्स, दीज आर द प्योर सेमीकंडक्टर्स जिहदे विच आपां डोपिंग नहीं करते किसी भी तरह की, उन्होंने आपां कहने इंट्रिंसिक सेमीकंडक्टर्स। जिद्दां एग्जांपल इहदी सिलिकन हो गई या जर्मेनियम हो गई। एक्सट्रिंसिक सेमीकंडक्टर्स वो है जिन्हां दे विच असीं डोपिंग एजेंट को ऐड करते हैं, और ये फर्दर दो तरह के है, एन टाइप एंड पी टाइप। एन टाइप एक्सट्रिंसिक सेमीकंडक्टर्स वो है जिहदे विच ਤੁਹਾਡੇ ਕੋਲ ਜਿਹੜੇ ਫ੍ਰੀ ਇਲੈਕਟ੍ਰॉन्स ਹੈ ਉਹ ਐਕਸੈਸ ਦੇ ਵਿੱਚ ਹੈ। ਦੋ ਚੀਜ਼ਾਂ ਤੁਹਾਡੇ ਕੋਲ ਐਕਸੈਸ ਹੋ ਸਕਦੀਆਂ, ਜਾਂ ਤੁਹਾਡੇ ਕੋਲ ਫ੍ਰੀ ਇਲੈਕਟ੍ਰॉन्स ਐਕਸੈਸ ਹੋ ਸਕਦੇ ਆ, ਜਾਂ ਤੁਹਾਡੇ ਕੋਲ ਫ੍ਰੀ ਹੋਲਸ ਹੋ ਸਕਦੇ ਆ ਐਕਸੈਸ ਦੇ ਵਿੱਚ। ਤੇ ਜੇ ਤੁਹਾਡੇ ਕੋਲ ਫ੍ਰੀ ਇਲੈਕਟ੍ਰॉन्स ਐਕਸੈਸ ਦੇ ਵਿੱਚ ਹੈ, ਦੈਨ ਦੈਟ ਸੈਮੀਕੰਡਕਟਰ ਇਜ਼ ਨੋਨ ਐਜ਼ ਦ ਐਨ ਟਾਈਪ ਸੈਮੀਕੰਡਕਟਰ। ਜੇ ਤੁਹਾਡੇ ਕੋਲ ਫ੍ਰੀ ਹੋਲਸ ਐਕਸੈਸ ਦੇ ਵਿੱਚ ਹੈਗੇ ਆ, ਦੈਨ ਦੈਟ ਟਾਈਪ ਆਫ ਸੈਮੀਕੰਡਕਟਰ ਇਜ਼ ਨੋਨ ਐਜ਼ ਦ ਪੀ ਟਾਈਪ ਸੈਮੀਕੰਡਕਟਰ। ਐਨ ਟਾਈਪ ਦੇ ਵਿੱਚ ਜਿੱਦਾਂ ਅਸੀਂ ਹੁਣ ਐਕਸਟ੍ਰਿੰਸਿਕ ਦੇ ਵਿੱਚ ਅਸੀਂ ਡੋਪਿੰਗ ਏਜੰਟ ਐਡ ਕਰਾਂਗੇ ਤਾਂ ਉਹਦੇ ਨਾਲ ਕੀ ਹੋਏਗਾ, ਤੁਹਾਡੀ ਜਿਹੜੀ ਕੰਡਕਟਿਵਿਟੀ ਉਹ ਇਨਕਰੀਜ਼ ਹੋਏਗੀ। ਹੁਣ ਆਰਸੈਨਿਕ ਜਾਂ ਐਂਟੀਮਨੀ ਤੁਸੀਂ ਐਡ ਅਪ ਕਰ ਸਕਦੇ ਹੋ ਐਨ ਟਾਈਪ ਦੇ ਵਿੱਚ, ਠੀਕ ਹੈ, ਦੈਟ ਇਜ਼ ਦਾ ਐਨ ਟਾਈਪ ਸੈਮੀਕੰਡਕਟਰਸ। ਪੀ ਟਾਈਪ ਦੇ ਵਿੱਚ ਜਿੱਦਾਂ ਤੁਹਾਡੇ ਕੋਲ ਬੋਰਨ ਹੋ ਗਿਆ ਜਾਂ ਗੈਲੀਅਮ ਹੋ ਗਿਆ, ਉਹਨੂੰ ਤੁਸੀਂ ਐਜ਼ ਅ ਡੋਪਿੰਗ ਏਜੰਟ ਯੂਜ਼ ਕਰ ਸਕਦੇ ਹੋ ਸਿਲੀਕਨ ਦੇ ਵਾਸਤੇ। ਸੋ ਦੈਟ ਇਜ਼ ਦਾ ਪੀ ਟਾਈਪ ਸੈਮੀਕੰਡਕਟਰ। कुछ होर तरह के मटीरियल्स देखते हैं, जिदा बायो मटीरियल्स है। बायो मटीरियल्स की है, सिंथेटिक और प्रोसेस्ड नेचुरल मटीरियल इंजीनियर टू इवैल्यूएट द ट्रीट ऑगमेंट और रिप्लेस एनी कंपोनेंट फंक्शन टिश्यू और ऑर्गन ऑफ द बॉडी। जिदा साडे बॉडी दे विच काफ़ी तरह के मटीरियल्स यूज़ किए जाते हैं, जिदा तुसीं
ਡੈਂਟਲ ਇੰਪਲਾਂਟਸ ਕਰਵਾਉਂਦੇ ਹੋ ਜਾਂ ਤੁਸੀਂ ਹਾਰਟ ਵਾਲਵ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਹਾਰਟ ਵਾਲਵ ਪਾਇਆ ਜਾਂਦਾ ਹੈ, ਉਸ ਤੋਂ ਬਾਅਦ ਤੁਹਾਡੇ ਕੀ ਹੈ ਲੈਂਸਿਸ ਤੁਸੀਂ ਯੂਜ਼ ਕਰਦੇ ਹੋ ਆਈਜ਼ ਦੇ ਵਿੱਚ। ਸੋ ਇਹ ਸਾਰੇ ਕੀ ਹੈ, ਥੀਸ ਆਰ ਦਾ ਬਾਇਓ ਮਟੀਰੀਅਲਸ, natural material or it can be the synthetic material. Shape memory alloys है, it is an alloy that remember its original shape and return back to its original shape from the deformed shape when heated. ਇਹ ਉਹ alloy ਹੈ ਜਿਹੜਾ ਕਿ ਆਪਣੀ original shape ਨੂੰ ਯਾਦ ਰੱਖਦਾ, it remembers its original shape ਔਰ ਆਪਣੀ original shape ਦੇ ਵਿੱਚ ਵਾਪਸ ਆ ਜਾਂਦਾ ਜਦੋਂ ਆਪਾਂ ਇਹਨੂੰ ਹੀਟ ਅਪ ਕਰਦੇ ਹਾਂ। ਸਭ ਤੋਂ ਵਧੀਆ ਐਗਜ਼ਾਮਪਲ ਕਾਪਰ, ਐਲੂਮੀਨੀਅਮ, ਨਿਕਲ। Copper, aluminium and nickel is the shape alloy. Yeah, nickel and titanium is also the shaped alloy. Examples of biomaterial है जी, जिदा heart valves change होंगे है, उस तो बाद थोड़े dental implants होंगे है, then is your intraocular lenses है, hip replacements है, vascular grafts है, काफ़ी तरह के biomaterials body ਦੇ ਵਿੱਚ use ਹੁੰਦੇ ਹੈ ਜਿਹਦੇ ਨਾਲ ਸਾਡੀ body ਨੂੰ ਨੁਕਸਾਨ ਨਾ ਹੋਵੇ, ਤਾਂ ਆਪਾਂ ਉਹੀ ਮਟੀਰੀਅਲ ਦੀ ਸਿਲੈਕਸ਼ਨ ਕਰਦੇ ਹਾਂ body ਦੇ ਵਾਸਤੇ। दिस इज द एक शेप मैमरी अलॉय है जिदा एक ओरिजिनल शेप सी, आप जो फोर्स लगाई मटीरियल बेंड हो गया, मटीरियल डीफॉर्म हो गया, पर इस मटीरियल ने अपनी जी शेप है उन्होंने याद रखा, इट रिमेंबर्स इट्स ओरिजिनल शेप। और जो इस बेंड मटीरियल में डिफॉर्म्ड शेप में आप हीटअप किया, ये दोबारा अपनी ओरिजिनल शेप के आ गया। दिस इज द शेप मैमरी अलॉय। मैग्नेटोस्ट्रिक्टिव मटीरियल्स है जी, materials which can convert the magnetic energy into the mechanical energy and vice versa। वो material ਜਿਹੜਾ magnetic energy ਨੂੰ mechanical energy ਚ convert ਕਰ ਸਕੇ ਜਾਂ vice versa, that is known as the magnetostrictive materials। ਕਾਫੀ use ਹੁੰਦਾ ਹੈ, ਜਿੱਦਾਂ ਇਹਦੀ example cobalt ਇਹਦੀ example ਹੈ, ਇੱਕ ਅੱਛੀ example ਹੈ। intelligent materials ਹੈ ਹੋਰ, ਜਿੱਦਾਂ material which can sense, which can process and actuate a human response, those are the intelligent materials। these are analogous to human brain, मसल एंड इम्यून सिस्टम। जिदा सारे को सेंसरस हो गए, आजकल मैक्सिमम आप मैगाट्रॉनिक्स यूज़ करते पे, आप सेंसरस यूज़ कर रहे हैं, एक्चुएटर्स यूज़ कर रहे हैं, ट्रांसड्यूसर्स यूज़ कर रहे हैं। उन सेंसर का की काम है, सेंस करता चीज़ को और उस हिसाब के नाल एक्शन करता। ठीक है, सो सेंसरस जो होंगे है, चाहे वो रेंज सेंसर है, चाहे वो प्रॉक्सिमिटी सेंसर है, दीज आर द इंटैलीजेंट मटीरियल। सिमिलरली एक्चुएटर्स आर द इंटैलीजेंट मटीरियल्स। ਹੁਣ ਮਟੀਰੀਅਲ ਦੇ ਵਿੱਚ ਕਾਫੀ ਤਰ੍ਹਾਂ ਦੇ ਇਸ਼ੂਜ਼ ਹੁੰਦੇ ਆ ਉਹਦੇ ਯੂਜ਼ ਕਰਨ ਦੇ ਵਿੱਚ, ਵੇਰੀਅਸ ਇਸ਼ੂਜ਼ ਆਫ ਮਟੀਰੀਅਲ ਯੂਜ਼ੇਜ। ਫਸਟ ਇਜ਼ ਦਾ ਇਕਨੋਮਿਕ ਕੰਸੀਡਰੇਸ਼ਨ। ਇਕਨੋਮਿਕ ਕੰਸੀਡਰੇਸ਼ਨ ਦੇ ਵਿੱਚ ਆਪਾਂ 3 ਪੈਰਾਮੀਟਰਸ ਬੇਸਿਕਲੀ ਆਪਾਂ ਧਿਆਨ 'ਚ ਰੱਖਦੇ ਹਾਂ। ਵਨ ਇਜ਼ ਦਾ ਕੰਪੋਨੈਂਟ ਡਿਜ਼ਾਈਨ, ਦੈਨ ਇਜ਼ ਦਾ ਮਟੀਰੀਅਲ ਯੂਜ਼ੇਜ ਐਂਡ ਲਾਸਟ ਵਨ ਇਜ਼ ਦਾ ਮੈਨੂਫੈਕਚਰਿੰਗ ਕਾਸਟ। ਸਭ ਤੋਂ ਪਹਿਲੇ ਕੰਪੋਨੈਂਟ ਦਾ ਡਿਜ਼ਾਈਨ ਬਣੇਗਾ, ਜਿਹਨੂੰ ਕਿ ਆਪਾਂ ਦੇਖਾਂਗੇ ਕਿ ਇਕਨੋਮਿਕਲ ਡਿਜ਼ਾਈਨ ਸ਼ੁੱਡ ਬੀ ਦੇਅਰ। ਫਿਰ ਉਸ ਤੋਂ ਬਾਅਦ ਮਟੀਰੀਅਲ ਜਿਹੜਾ ਇਹਦੇ ਉੱਪਰ ਯੂਜ਼ ਕਰਾਂਗੇ ਆਪਾਂ इस डिज़ाइन ਨੂੰ एक्चुअल शेप ਦੇ ਵਿੱਚ ਲਿਆਉਣ ਦੇ ਵਿੱਚ, ਉਹਨੂੰ ਖਿਆਲ ਦੇ ਵਿੱਚ ਰੱਖਿਆ ਜਾਂਦਾ ਹੈ। ਐਂਡ ਲਾਸਟ ਇਜ਼ ਦਾ ਮੈਨੂਫੈਕਚਰਿੰਗ ਕਾਸਟ। ਉਸ ਡਿਜ਼ਾਈਨ ਦੇ ਉੱਪਰ, ਉਸ ਡਿਜ਼ਾਈਨ ਨੂੰ ਬਣਾਉਣ ਦੇ ਵਾਸਤੇ, ਉਹਨੂੰ ਐਕਚੁਅਲ ਦੇ ਵਿੱਚ ਪ੍ਰੋਡਕਟ ਬਣਾਉਣ ਦੇ ਵਾਸਤੇ ਜੋ ਮਸ਼ੀਨਿੰਗ ਹੋਏਗੀ, ਕਾਸਟ ਹੋਏਗੀ, ਮੈਨੂਫੈਕਚਰਿੰਗ ਕਰਨ ਦਾ ਜੋ ਖਰਚਾ ਹੋਏਗਾ, that is an important aspect। then is the environmental consideration। ਇਹਦੇ ਵਿੱਚ ਜਿੱਦਾਂ resources required to produce say product comes from the different parts of the world। अलग अलग दुनिया के हिस्से तो रिसोर्सिस आते हैं किसी भी चीज़ को प्रोड्यूस करने ते। प्रोडक्ट शुड बी इन्वायरमेंट फ्रेंडली, बिल्कुल जी, प्रोडक्ट जोड़ा होना चाहिए दैट शुड बी द इन्वायरमेंट फ्रेंडली। कोई नुकसान ना करे साडी नेचर नूं, साडे इन्वायरमेंट नूं, इस गल का बहुत ज़्यादा ख्याल रखा जाता अजकल। ईजी टू रीसाइकल एंड बायोडिग्रेडेबल मटीरियल जोड़ा होए, जोड़ा थोड़ा प्रोडक्ट होवे वो रीयूज दे विच आ सके जां वो आपां रीसाइकलिंग कर सकीए, that is very much important nowadays। The detrimental effects of the industrialization spread its wing to various parts of the world। Detrimental effects means the negative effects, bad effects। The material goes through the number of stages like extraction of raw materials, production, usage of product and final disposal। ਜਿਹੜਾ ਵੀ ਤੁਹਾਡਾ ਮਟੀਰੀਅਲ ਹੋਏਗਾ, ਜਿਹੜਾ raw material ਆਏਗਾ, ਉਹ ਕਾਫੀ ਤਰ੍ਹਾਂ ਦੀ ਸਟੇजेस ਦੇ ਵਿੱਚੋਂ ਗੁਜ਼ਰਦਾ। जिदा एक्सट्रैक्शन होंगी है, पहला मटीरियल की एक्सट्रैक्शन होंगी है, फिर वो प्रोसैसिंग होंगी है, प्यूरीफिकेशन होंगी है, रिफाइनमेंट होंगी है, वो मैਨੂਫੈਕਚਰਿੰਗ होंगी है, फिर वो यूज़ के आता है, आप उस सर्विस लैने और फाइनल उस चीज़ की डिस्पोजल होंगी है। सो ये इन्वायरमेंटल कंसीडरेशनस है जिन्होंने सानू ध्यान दे विच रखना चाहिए बिफोर द सिलैक्शन ऑफ द मटीरियल और द बिफोर द मेकिंग ऑफ द प्रोडक्ट। दैन आर योर सोशल इशूज़।
ਜਿਹਦੇ ਵਿੱਚ raw materials and energy are the prime components। ਅਸੀਂ diagram ਦੇਖ ਸਕਦੇ ਹੋ, raw materials and energy, these are the inputs, these are the prime components for manufacturing any type of product। ਔਰ raw materials ਔਰ energy ਸਾਨੂੰ ਪਤਾ ਕਿ ਲਿਮਿਟਿਡ ਹੈਗੇ ਨੇਚਰ ਦੇ ਵਿੱਚ, ਤਾਂ these should be conserved, ਇਹਨਾਂ ਨੂੰ ਸਾਨੂੰ ਕੰਜ਼ਰਵ ਕਰਕੇ ਰੱਖਣਾ ਚਾਹੀਦਾ। ਔਰ ਮਟੀਰੀਅਲ ਲਾਈਫ ਸਾਈਕਲ ਦੀ ਡਾਇਗਰਾਮ ਤੁਹਾਨੂੰ ਸ਼ੋ ਕੀਤੀ ਗਈ ਹੈ, ਜਿੱਦਾਂ ਇਨਪੁਟਸ ਆਰ raw materials and energy। ਸੋ ਜਿਹੜਾ raw material ਹੋਏਗਾ, ਪਹਿਲਾਂ ਐਕਸਟ੍ਰੈਕਸ਼ਨ ਹੋਏਗੀ, ਉਹਦੀ ਐਕੁਜ਼ੀਸ਼ਨ ਹੋਏਗੀ, ਫਿਰ ਉਹਦੇ ਉੱਪਰ ਪ੍ਰੋਸੈਸਿੰਗ ਹੋਏਗੀ, ਰਿਫਾਈਨਮੈਂਟ ਹੋਏਗੀ, ਉਹਨੂੰ ਸਾਫ਼ ਕੀਤਾ ਜਾਏਗਾ, ਉਹਨੂੰ ਜੋ ਅਸੀਂ ਪ੍ਰੋਡਕਟ ਬਣਾਉਣਾ, ਜੋ ਮਸ਼ੀਨ ਦੇ ਉੱਪਰ ਆਪਾਂ ਲੈ ਕੇ ਜਾਣਾ ਮੈਨੂਫੈਕਚਰਿੰਗ ਦੇ ਵਾਸਤੇ, ਉਸਦੇ ਕਾਬਿਲ ਬਣਾਇਆ ਜਾਏਗਾ, ਉਹਦੀ ਪਿਓਰੀਫਿਕੇਸ਼ਨ ਰਿਫਾਈਨਮੈਂਟ ਕਰਦੇ ਹਾਂ, ਫਿਰ ਉਸ ਪ੍ਰੋਡਕਟ ਨੂੰ ਆਪਾਂ ਬਣਾਉਂਦੇ ਹਾਂ, ਮੈਨੂਫੈਕਚਰ ਕਰਦੇ ਹਾਂ, अलग अलग मशीनस के उपर लैके जाने, अलग अलग वर्क स्टेशन के उपर जाएगा मटीरियल, फिर वो मार्केट के जाएगा, दैन तुसी जिहड़ा कंज्यूमर के कोल जाएगा यूज़ होने के वास्ते, कस्टमर के कोल जाएगा, एंड दैन वो मटीरियल की है उसकी लाइफ एंड हो जाएगी उस मटीरियल की। और ये नाल की होएगा, एमिशनस होणगियां, आउटपुट्स की निकलते हैं एमिशन, या तो उस मटीरियल की एमिशन होएगी एयर दे विच, या वाटर बोर्न वेस्ट बनेगा पानी दे विच, या सॉलिड वेस्ट बननगे, ਜਾਂ ਜਿਹੜਾ ਮੇਨ ਪ੍ਰੋਡਕਟ ਹੁੰਦਾ ਉਹਦੇ ਕਾਫੀ ਬਾਈ ਪ੍ਰੋਡਕਟਸ ਬਣ ਜਾਂਦੇ ਆ, ਜਿਹਨੂੰ ਆਪਾਂ ਕੋ ਪ੍ਰੋਡਕਟਸ ਕਹਿੰਦੇ ਆ। ਔਰ ਮੀਨਸ 에ਅਰ, ਵਾਟਰ, ਸੋਲਿਡ ਡਿਸਪੋਜ਼ਲ, ਕਿਸੇ ਵੀ ਤਰ੍ਹਾਂ ਦਾ ਡਿਸਪੋਜ਼ਲ ਹੋ ਸਕਦਾ ਮਟੀਰੀਅਲ ਦਾ। ਔਰ ਮੈਕਸਿਮਮ ਐਫਰਟਸ ਸ਼ੁੱਡ ਬੀ ਮੇਡ ਕਿ ਮਟੀਰੀਅਲ ਦੀ ਸਿਲੈਕਸ਼ਨ ਇੱਦਾਂ ਦੀ ਹੋਵੇ ਕਿ ਸੋਸਾਇਟੀ ਨੂੰ ਕੋਈ ਨੁਕਸਾਨ ਨਾ ਹੋਵੇ, ਔਰ ਆਪਾਂ ਉਸ ਮਟੀਰੀਅਲ ਦੀ ਰੀਯੂਜ਼ ਆਪਾਂ ਰੀਸਾਈਕਲ ਕਰ ਸਕੀਏ। ਜੇ ਆਪਾਂ ਨਹੀਂ ਕਰ ਸਕਦੇ ਤਾਂ ਉਹਦਾ ਜਿਹੜਾ ਡਿਸਪੋਜ਼ਲ ਹੋਵੇ, ਦੈਟ ਸ਼ੁੱਡ ਬੀ ਦਾ ਸੇਫਰ ਡਿਸਪੋਜ਼ਲ, ਤਾਂ ਜੋ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਹੋਵੇ। Thank you students, and this ends your chapter। In the next video lecture we will start the next chapter। Thank you very much।